ਹੈਲੋ ਆਲ ਨਮਸਕਾਰ ਸਤਿ ਸ੍ਰੀ ਅਕਾਲ ਵੈਲਕਮ ਟੂ ਗਿਆਨਾ ਪੰਜਾਬ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀਐਸ ਟੈਟ ਦੀ ਨੋਟੀਫਿਕੇਸ਼ਨ ਆਲਰੇਡੀ ਆਊਟ ਹੋ ਚੁੱਕੀ ਹੈ ਤੇ ਅਸੀਂ ਪੀਵਾਈਕਿਊ ਸੈਸ਼ਨਸ ਸਟਾਰਟ ਕੀਤੇ ਹੋਏ ਗਿਆਨਾ ਪੰਜਾਬ ਨੇ, ਜਿੱਥੇ ਅਸੀਂ ਇੰਪੋਰਟੈਂਟ ਪੀਵਾਈਕਿਊਜ਼ ਨੂੰ ਡਿਸਕਸ ਕਰਦੇ ਹਾਂ ਤੇ ਨਾਲੇ ਐਕਸਪੈਕਟਡ ਜਿਹੜੇ ਕੁਐਸਚਨਸ ਹੁੰਦੇ ਐਮਸੀਕਿਊ ਦੇ ਉਹ ਡਿਸਕਸ ਕਰਦੇ ਹਾਂ। ਤੇ ਅੱਜ ਦਾ ਜਿਹੜਾ ਜੀਓਗ੍ਰਾਫੀ ਦਾ ਟੌਪਿਕ ਰਹੂਗਾ ਉਹ ਸੋਇਲ ਤੇ ਐਗਰੀਕਲਚਰ ਰਹੂਗਾ। ਇਸ ਪਾਰਟਿਕੂਲਰ ਟੌਪਿਕ ਨੂੰ ਦੇ ਵਿੱਚ ਅੱਜ ਅਸੀਂ ਸਿਰਫ ਜਿਹੜੇ ਕੁਐਸਚਨਸ ਡਿਸਕਸ ਕਰਨੇ ਅੱਜ ਸਿਰਫ ਐਮਸੀਕਿਊ ਹੀ ਅਸੀਂ ਸੋਲਵ ਕਰਾਂਗੇ ਪਾਰਟਿਕੂਲਰ ਵੀਡੀਓ ਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਇਹਦਾ ਪਾਰਟ ਹੋਣਾ ਉਹਦੇ ਵਿੱਚ ਅਸੀਂ ਪ੍ਰੋਪਰ ਇਹਦੀ ਪਾਰਟਿਕੂਲਰ ਤੁਸੀਂ ਇਹ ਬੋਲੋ ਵੀ ਹੋਲਿਸਟਿਕਲੀ ਅਸੀਂ ਇਹਨਾਂ ਦੀ ਐਕਸਪਲੇਨੇਸ਼ਨ ਤੇ ਉਸ ਦੇ ਬਾਅਦ ਕੁਝ ਹੋਰ ਜਿਹੜੇ ਰਿਮੇਨਿੰਗ ਐਮਸੀਕਿਊਜ਼ ਹੋਣੇ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਤੇ ਜਿਹੜਾ ਅੱਜ ਦੀ ਵੀਡੀਓ ਹੋਣੀ, ਅੱਜ ਦੀ ਜਿਹੜੀ ਵੀਡੀਓ ਹੈ ਇਹ ਥੋੜੀ ਸ਼ਾਰਟ ਵੀਡੀਓ ਹੋਣੀ ਹੈ। ਇਹਦੇ ਵਿੱਚ ਅਸੀਂ ਸਿਰਫ ਓਨਲੀ ਐਂਡ ਓਨਲੀ ਕੁਐਸਚਨਸ ਹੀ ਡਿਸਕਸ ਹੋਣੇ ਆ ਤੇ ਉਹਨਾਂ ਦੇ ਆਨਸਰ ਸਿਰਫ ਡਾਇਰੈਕਟਲੀ ਕੁਐਸਚਨ ਤੇ ਉਹਦਾ ਆਨਸਰ। ਦੈਨ ਇਸ ਤੋਂ ਬਾਅਦ ਜਿਹੜਾ ਹੋਣਾ ਅਗਲਾ ਪਾਰਟ ਹੈ ਨਾ ਉਹਦੇ ਵਿੱਚ ਅਸੀਂ ਇਹਨਾਂ ਦੀ ਡਿਟੇਲ ਐਕਸਪਲੇਨੇਸ਼ਨ ਨੂੰ ਡਿਸਕਸ ਕਰਾਂਗੇ। ਵੀਡੀਓ ਥੋੜੀ ਸ਼ਾਰਟ ਰਹਿਣੀ ਹੈ ਜਿਹੜੀ ਪ੍ਰੀਵੀਅਸ ਜਿਹੜੀ ਵੀਡੀਓਜ਼ ਹੈ। ਜੋ ਵੀ ਬੱਚਾ ਇਸ ਵੀਡੀਓ ਨੂੰ ਦੇਖ ਰਿਹਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਨਸਰ ਟਾਈਪ ਕਰ ਦਿਓ ਸੋ ਦੈਟ ਤੁਸੀਂ ਕਲਾਸ ਦੇ ਵਿੱਚ ਇੰਟਰੈਕਟ ਕਰਦੇ ਰਹੋ। ਕਲੀਅਰ ਹੈ ਗੱਲ? ਤੇ ਆਓ ਜੋ ਵੀ ਬੱਚਾ ਸਾਡੇ ਨਾਲ ਨया ਜੁੜੂਗਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਆਨਸਰ ਕਰ ਸਕਦਾ, ਨਾਲੇ ਜਿਹੜੇ ਪੁਰਾਣੇ ਵਾਲੇ ਜਿਹੜੇ ਜੁੜੇ ਹੀ ਹੈ ਉਹ ਵੀ ਆਪਣੇ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਟਾਈਪ ਕਰ ਦਿਓ ਤੇ ਤੁਹਾਨੂੰ ਆਟੋਮੈਟਿਕਲੀ ਆਪਣੇ ਆਪ ਆਪਣੇ ਆਨਸਰਸ ਦੀ ਕਲੈਰਿਟੀ ਮਿਲ ਜੂਗੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਤੇ ਇਸ ਟਾਈਮ ਟੇਬਲ ਹੈ ਪੀਐਸ ਟੈਟ ਦੀ ਕਲਾਸ ਦਾ, ਜਿੱਦਾਂ ਕਿ ਪੀਐਸ ਟੈਟ ਦੀ 11 ਵਜੇ ਫ੍ਰੀ ਆਫ ਕਾਸਟ ਈਵੀਐਸ ਦੀ ਕਲਾਸ, 12 ਵਜੇ ਪੰਜਾਬੀ ਦੀ, 2 ਵਜੇ ਹਿਸਟਰੀ ਦੀ, 3 ਵਜੇ ਮੈਥਸ ਦੀ, 5 ਵਜੇ ਸੀਡੀਪੀ ਦੀ, 6 ਵਜੇ ਇੰਗਲਿਸ਼ ਦੀ ਤੇ 7 ਵਜੇ ਜੀਓਗ੍ਰਾਫੀ ਦੀ ਕਲਾਸ ਫ੍ਰੀ ਆਫ ਕਾਸਟ ਤੁਸੀਂ ਦੇਖ ਸਕਦੇ ਹੋ ਗਿਆਨਮ ਪੰਜਾਬ ਚੈਨਲ ਤੇ YouTube ਉੱਤੇ। ਤਾਂ ਆਓ ਪਹਿਲਾ ਕੁਐਸਚਨ ਹੁਣ ਡਿਸਕਸ ਕਰਦੇ ਹਾਂ। ਪਹਿਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟ ਅਬਾਊਟ ਦੀ plantation farming? In this ਪਹਿਲੀ option, in this type of farming a single crop is grown on a large area. Second option, the plantation has an interface of agriculture and industry. ਤੀਜੀ option, plantation cover large tracts of land called estates. ਚੌਥੀ option ਹੈ farmers clear a patch of land by felling the trees and burning them to produce cereals and other food crops. ਜੇ ਮੈਂ ਪੰਜਾਬੀ ਚ ਗੱਲ ਕਰਾਂ ਉਹ ਪੁੱਛ ਰਿਹਾ ਵੀ ਇਹਨਾਂ ਜਿੰਨੀਆਂ ਵੀ 4 ਆਪਸ਼ਨ ਚ ਦਿੱਤੀਆਂ ਹੋਈਆਂ ਨੀਚੇ ਇਹਨਾਂ ਚੋਂ ਕਿਹੜਾ ਵੀ ਕਰੈਕਟ, ਕਿਹੜੀ ਇੱਕ ਆਪਸ਼ਨ ਜਿਹੜੀ ਹੈਗੀ ਉਹ ਕਰੈਕਟ ਨਹੀਂ ਹੈ ਪਲਾਂਟੇਸ਼ਨ ਫਾਰਮਿੰਗ ਦੀ। ਮਤਲਬ ਪਲਾਂਟੇਸ਼ਨ ਫਾਰਮਿੰਗ ਦੀ ਇਹ 4 ਆਪਸ਼ਨਾਂ ਵਿੱਚੋਂ ਕਿਹੜੀ ਕਰੈਕਟ ਨਹੀਂ ਹੈ ਤੇ ਦੇਖ ਲੈਂਦੇ ਆ ਇਹਦਾ ਆਪਸ਼ਨ। ਤਾਂ ਇਹਦਾ ਆਪਸ਼ਨ ਹੈ ਦੈਟ ਇਜ਼ ਦੀ ਡੀ ਆਪਸ਼ਨ। ਚੈੱਕ ਵੀ ਕਰ ਲੈਂਦੇ ਆਓ, ਦੇਖਦੇ ਆ ਦੈਟ ਇਜ਼ ਦੀ ਆਨਸਰ ਡੀ। ਇਸ ਤੋਂ ਬਾਅਦ ਮੈਂ ਫਿਰ ਰਿਪੀਟ ਕਰ ਦਿੰਦਾ ਜਿਹੜੀ ਅੱਜ ਦੀ ਵੀਡੀਓ ਹੈ ਇਹ ਥੋੜੀ ਸ਼ਾਰਟ ਵੀਡੀਓ ਹੋਣੀ ਹੈ। ਇਹਦੇ ਵਿੱਚ ਅਸੀਂ ਸਿਰਫ ਕੁਐਸਚਨ ਤੇ ਜਿੱਦਾਂ ਇਹ ਆਨਸਰ ਹੋਇਆ ਸਿਰਫ ਇਸ ਟਾਈਪ ਨਾਲ ਹੀ ਕਰੂੰਗੇ। ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਵੀ ਜਿਹੜੇ ਵੀ ਬੱਚੇ ਇਸ ਵੀਡੀਓ ਨੂੰ ਦੇਖੂਗੇ ਜਾਂ ਰਿਕਾਰਡ ਦੇ ਬਾਅਦ ਦੇਖ ਰਹੇ ਜਿਹੜੇ ਵੀ ਬੱਚੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਨਸਰ ਟਾਈਪ ਕਰ ਦਿਓ ਸੋ ਦੈਟ ਤੁਹਾਨੂੰ ਆਪਣੇ ਆਨਸਰ ਦੀ ਕਲੈਰਿਟੀ ਮਿਲ ਜੂਗੀ। ਇਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਹੋਣੀ ਹੈ ਉਹਦੇ ਵਿੱਚ ਅਸੀਂ ਡਿਟੇਲ ਡਿਸਕਸ਼ਨ ਕਰਾਂਗੇ ਪਾਰਟਿਕੂਲਰ ਟੌਪਿਕ ਨੂੰ ਹੀ ਲੈ ਕੇ ਤੇ ਇਸ ਤੋਂ ਇਲਾਵਾ ਹੋਰ ਐਮਸੀਕਿਊ ਦੀ ਪ੍ਰੈਕਟਿਸ ਕਰਾਂਗੇ। ਅਗਲਾ ਹੈ ਸੈਕੰਡ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਫੂਡ ਕ੍ਰੌਪ? ਇਹ ਪੁੱਛ ਰਿਹਾ ਵੀ ਇਹਨਾਂ ਵਿੱਚੋਂ ਕਿਹੜੀ ਫੂਡ ਕ੍ਰੌਪ ਨਹੀਂ ਹੈ। ਪਹਿਲੀ ਆਪਸ਼ਨ ਰਾਈਸ, ਦੂਜੀ ਵੀਟ, ਤੀਜੀ ਕਾਟਨ ਤੇ ਚੌਥੀ ਮੇਜ਼। ਇਹ ਪੁੱਛ ਰਿਹਾ ਵੀ ਫੂਡ ਕ੍ਰੌਪ ਨਹੀਂ ਕਿਹੜੀ ਨਹੀਂ ਹੈ, ਨਾਟ ਅ ਫੂਡ ਕ੍ਰੌਪ, ਠੀਕ ਹੈ। ਤੇ ਇਹਦਾ ਵਿੱਚੋਂ ਜਿਹੜਾ ਆਨਸਰ ਹੈ ਦੈਟ ਇਜ਼ ਕਾਟਨ, ਸੀ ਆਪਸ਼ਨ। ਚੈੱਕ ਕਰ ਲੈਂਦੇ ਆ ਦੈਟ ਇਜ਼ ਆਨਸਰ ਸੀ। ਅਗਲਾ ਕੁਐਸਚਨ, what is primitive subsistence farming known as in the northeast state like Assam, Meghalaya, Mizoram and Nagaland? ਉਹ ਪੁੱਛ ਰਿਹਾ ਵੀ ਜਿਹੜੀ ਕਿਆ ਉਹ ਫਾਰਮਿੰਗ primitive subsistence farming ਨੂੰ ਨਾਰਥ ਈਸਟ ਕਿਆ ਕਹਿੰਦੇ ਹਨ ਜਿਨ੍ਹਾਂ ਵਿੱਚ ਸਟੇਟਸ ਆ ਰਹੀਆਂ ਤੁਹਾਡੀਆਂ ਅਸਾਮ, ਮੇਘਾਲਿਆ, ਮਿਜ਼ੋਰਮ ਤੇ ਨਾਗਾਲੈਂਡ। ਇਹਨਾਂ ਨਾਰਥ ਈਸਟ ਸਟੇਟ ਦੇ ਵਿੱਚ ਇਸ ਟਾਈਪ ਦੀ ਪਾਰਟਿਕੂਲਰ ਪ੍ਰਿਮਿਟਿਵ ਸਬਸਿਸਟੈਂਸ ਫਾਰਮਿੰਗ ਨੂੰ ਕਿਆ ਬੋਲਦੇ ਆ? ਹਾਰਟੀਕਲਚਰ, ਪੇਂਡਾ, ਝੂਮਿੰਗ ਜਾਂ ਮਿਲਪਾ। ਤੇ ਇਹ ਬੇਸਿਕਲੀ ਜੇ ਮੈਂ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦੇਵਾਂ ਇਹ ਸਭ ਕਿਆ ਹੈ ਬੇਸਿਕਲੀ ਸ਼ਿਫਟਿੰਗ ਕਲਟੀਵੇਸ਼ਨ ਦੇ ਹੀ ਨਾਮ ਹੈ ਡਿਫਰੈਂਟ। ਤੇ ਇਸ ਟਾਈਪ ਦੀ ਜਿਹੜੀ ਫਾਰਮਿੰਗ ਹੁੰਦੀ ਹੈ ਉਹਨੂੰ ਅਸੀਂ ਕਿਆ ਬੋਲ ਦਿੰਦੇ? ਦੈਟ ਇਜ਼ ਝੂਮਿੰਗ ਬੋਲ ਦਿੰਦੇ ਆ ਨਾਰਥ ਈਸਟ ਦੇ ਵਿੱਚ। ਤੇ ਆਓ ਚੈੱਕ ਵੀ ਕਰ ਲੈਂਦੇ ਆ ਵੀ ਆਨਸਰ ਕਿਆ ਹੈ, ਦੈਟ ਇਜ਼ ਦੀ ਆਨਸਰ ਸੀ ਆਪਸ਼ਨ। ਇਸ ਤੋਂ ਬਾਅਦ ਹੈ one of the following, ਚੌਥਾ ਕੁਐਸਚਨ, one of the following pulses which does not help in restoring soil fertility?
ਉਹ ਬੋਲ ਰਿਹਾ ਇਹਨਾਂ ਵਿੱਚੋਂ ਕਿਹੜੇ ਪਲਸਿਸ ਹੈਗੇ ਜੋ ਕਿ ਸੋਇਲ ਫਰਟੀਲਿਟੀ ਵਿੱਚ ਰਿਸਟੋਰ ਕਰਨੇ 'ਚ ਹੈਲਪ ਨਹੀਂ ਕਰਦੇ ਆ। ਨੋਟ ਵਰਡ ਇੱਥੇ ਧਿਆਨ ਨਾਲ ਪੜ੍ਹਿਓ, ਨੋਟ ਹੈਲਪ ਇਨ ਰਿਸਟੋਰਿੰਗ ਸੋਇਲ ਫਰਟੀਲਿਟੀ। ਪਹਿਲੀ ਮੂੰਗ, ਦੂਜੀ ਗ੍ਰਾਮ, ਤੀਜੀ ਪੀਸ ਤੇ ਚੌਥੀ ਅਰਹਰ। ਯਾਦ ਰੱਖਿਓ ਜਿੰਨੇ ਵੀ ਲੈਗੂਮਿਨਸ ਪਲਾਂਟ ਹੁੰਦੇ ਆ, ਲੈਗੂਮਿਨਸ ਪਲਾਂਟ ਹੁੰਦੇ ਆ, ਇਹ ਨਾਈਟ੍ਰੋਜਨ ਨੂੰ ਫਿਕਸ ਕਰਦੇ ਨੇ, ਜਿਸ ਵਜ੍ਹਾ ਨਾਲ ਤੁਹਾਡੀ ਫਰਟੀਲਿਟੀ ਵੀ ਦੇ ਵਿੱਚ ਵੀ ਹੈਲਪ ਹੁੰਦੀ ਹੈ। ਤੇ ਇਸ ਤੋਂ ਇਲਾਵਾ ਹੋਰ ਬਾਕੀ ਜਿਹੜੀ ਇੰਪੋਰਟੈਂਟ ਗਰੋਥ ਵਾਸਤੇ, ਪਲਾਂਟ ਦੀ ਗਰੋਥ ਵਾਸਤੇ ਜਿਹੜੀ ਚੀਜ਼ ਰਿਕੁਆਇਰਮੈਂਟ ਹੈ ਉਹ ਵੀ ਪ੍ਰੋਵਾਈਡ ਕਰਦੇ ਆ ਥਰੂ ਨਾਈਟ੍ਰੋਜਨ। ਤੇ ਇਹਨਾਂ ਵਿੱਚ ਜਿਹੜਾ ਪਲਾਂਟ ਹੈਗਾ ਦੈਟ ਇਜ਼ ਦੀ ਡੀ ਆਪਸ਼ਨ ਅਰਹਰ। ਚੈੱਕ ਵੀ ਕਰ ਲੈਂਦੇ ਆ, ਇਹਦਾ ਆਂਸਰ ਦੈਟ ਇਜ਼ ਡੀ। ਅਗਲਾ, ਵਿਚ ਆਫ ਦਾ ਫੋਲੋਇੰਗ ਇਜ਼ ਨੋਨ ਐਜ਼ ਗੋਲਡਨ ਫਾਈਬਰ। ਗੋਲਡਨ ਫਾਈਬਰ ਕਿਹਨੂੰ ਬੋਲਦੇ ਆ? ਪਹਿਲੀ ਆਪਸ਼ਨ ਕਾਟਨ, ਦੂਜੀ ਜੂਟ, ਤੀਜੀ ਹੈਂਪ ਤੇ ਚੌਥੀ ਸਿਲਕ। ਤੇ ਗੋਲਡਨ ਫਾਈਬਰ ਦੀ ਜਦ ਗੱਲ ਹੁੰਦੀ ਹੈ ਤੇ ਇਹਦਾ ਆਪਸ਼ਨ ਹੈ ਦੈਟ ਇਜ਼ ਬੀ ਆਪਸ਼ਨ ਜੂਟ। ਚੈੱਕ ਕਰ ਲਓ ਆਂਸਰ ਵੀ। ਇਸ ਤੋਂ ਬਾਅਦ ਅਗਲਾ ਕੁਐਸਚਨ, ਵਟ ਇਜ਼ ਦੀ ਰੀਅਰਿੰਗ ਆਫ ਸਿਲਕ ਵਰਮਸ ਫॉर ਪ੍ਰੋਡਿਊਸਿੰਗ ਸਿਲਕ ਕਾਲਡ। ਮਤਲਬ ਜਿਹੜੇ ਸਿਲਕ ਵਰਮਸ ਦੀ ਰੀਅਰਿੰਗ ਹੈ ਉਹਨੂੰ ਅਸੀਂ ਕਿਆ ਬੋਲਦੇ? ਇਨੀ ਸਿਲਕ ਵਰਮ ਦਾ ਕੰਮ ਕਿਆ ਹੁੰਦਾ? ਸਿਲਕ ਦੀ ਪ੍ਰੋਡਕਸ਼ਨ 'ਚ ਹੈਲਪ ਕਰਨਾ। ਤੇ ਪਾਰਟਿਕੂਲਰਲੀ ਰੀਅਰਿੰਗ ਆਫ ਸਿਲਕ ਵਰਮਸ ਨੂੰ ਕਿਆ ਬੋਲਦੇ ਆ? ਦੈਟ ਇਜ਼ ਨੋਨ ਐਜ਼ ਦੀ ਸੀਰੀਕਲਚਰ। ਤੇ ਇਹਦਾ ਆਪਸ਼ਨ ਵੀ ਚੈੱਕ ਕਰਕੇ ਦੇਖ ਲੈਂਦੇ ਆ, ਦੈਟ ਇਜ਼ ਦੀ ਆਂਸਰ ਸੀ। ਇਸ ਤੋਂ ਬਾਅਦ ਅਗਲੇ ਕੁਐਸਚਨ ਤੇ ਆਂਦੇ ਆ, ਕਾਫੀ ਕਲਟੀਵੇਸ਼ਨ ਵਾਸ ਫਸਟ ਇੰਟਰੋਡਿਊਸਡ ਇਨ। ਤੇ ਪੁੱਛ ਰਿਹਾ ਵੀ ਕਾਫੀ ਕਲਟੀਵੇਸ਼ਨ ਕਿੱਥੇ ਸਭ ਤੋਂ ਪਹਿਲਾਂ ਇੰਟਰੋਡਿਊਸ की गई थी? ਪਹਿਲੀ ਆਪਸ਼ਨ ਹਿਮਾਲਿਆਜ਼, ਦੂਜੀ ਅਰਾਵਲੀਜ਼ ਤੇ ਤੀਜੀ ਗਾਰੋ ਹਿਲਸ ਤੇ ਚੌਥੀ ਬਾਬਾ ਬੁਦਾਨਸ ਹਿਲਸ। ਤੇ ਜੇ ਮੈਂ ਗੱਲ ਕਰਾਂ ਤਾਂ ਇਹਦਾ ਆਂਸਰ ਹੈ ਦੈਟ ਇਜ਼ ਬਾਬਾ ਬੁਦਾਨ ਹਿਲਸ। ਤੇ ਇਹਦਾ ਆਂਸਰ ਵੀ ਕਿਆ ਹੈ? ਆਓ ਚੈੱਕ ਕਰ ਲੈਂਦੇ ਹਾਂ ਅਸੀਂ, ਦੈਟ ਇਜ਼ ਦੀ ਬਾਬਾ ਬੁਦਾਨ ਹਿਲਸ। ਆਂਸਰ ਡੀ ਆਪਸ਼ਨ। ਕਲੀਅਰ ਹੈ ਗੱਲ? ਹਾਂਜੀ। ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਅਗਲੇ ਕੁਐਸਚਨ ਦੀ, ਟਰਮ ਖੱਦਰ ਐਂਡ ਬਾਂਗਰ ਐਸੋਸੀਏਟਡ ਵਿਦ ਵਿਚ ਆਫ ਦਾ ਫੋਲੋਇੰਗ। ਇਹ ਪੁੱਛ ਰਿਹਾ ਵੀ ਖੱਦਰ ਤੇ ਬਾਂਗਰ ਕਿਹਦੇ ਨਾਲ ਐਸੋਸੀਏਟਡ ਹੈ? ਪਹਿਲੀ ਆਪਸ਼ਨ ਐਲੂਵੀਅਲ ਸੋਇਲ, ਦੂਜੀ ਬਲੈਕ, ਤੀਜੀ ਲੈਟਰਾਈਟ ਸੋਇਲ ਤੇ ਡੀ ਆਪਸ਼ਨ ਰੈੱਡ ਸੋਇਲ। ਆਓ ਦੇਖਦੇ ਹਾਂ ਇਹਦਾ ਆਂਸਰ। ਉਸ ਤੋਂ ਪਹਿਲਾਂ ਮੈਂ ਟਿਕ ਕਰ ਲਵਾਂ ਖੱਦਰ ਐਂਡ ਬਾਂਗਰ। ਖੱਦਰ ਐਂਡ ਬਾਂਗਰ ਐਲੂਵੀਅਲ ਸੋਇਲ ਨਾਲ ਐਸੋਸੀਏਟਡ ਹੈ ਤੇ ਦੇਖ ਵੀ ਲੈਂਦੇ ਇਹਦਾ ਆਂਸਰ ਕ੍ਰਾਸ ਵੈਰੀਫਾਈ ਕਰ ਲਈਏ, ਐਲੂਵੀਅਲ ਸੋਇਲ। ਆਂਸਰ ਏ ਆਪਸ਼ਨ। ਆਓ ਅਗਲੇ ਕੁਐਸਚਨ ਤੇ, ਦ ਟੂ ਮੇਨ ਵੀਟ ਗਰੋਇੰਗ ਰੀਜਨਸ। ਦੋ ਮੇਨ ਵੀਟ ਗਰੋਇੰਗ ਰੀਜਨ ਦੀ ਗੱਲ ਹੋ ਰਹੀ ਹੈ, ਕਿੱਥੇ ਹੈ? ਗੰਗਾ ਸਤਲੁਜ ਪਲੇਨ ਤੇ ਡੈਕਨ ਟ੍ਰੈਪ ਵਾਲਾ ਰੀਜਨ। ਦੂਜੀ ਆਪਸ਼ਨ ਨਾਰਥ ਈਸਟ ਤੇ ਈਸਟਰਨ ਕੋਸਟਲ ਪਲੇਨਸ ਤੇ ਤੀਜੀ ਆਪਸ਼ਨ ਡੈਕਨ ਪਲੇਟੂ ਤੇ ਕੋਂਕਣ ਕੋਸਟ ਜਾਂ ਨਨ ਆਫ ਦੀ ਅਬਵ। ਤੇ ਇਹਦਾ ਆਂਸਰ ਹੈ ਆਂਸਰ ਏ ਆਪਸ਼ਨ, ਦੈਟ ਇਜ਼ ਦੀ ਗੰਗਾ ਸਤਲੁਜ ਪਲੇਨ ਐਂਡ ਡੈਕਨ ट्रैप। अगला क्वेश्चन, द कल्टीवेशन ऑफ फ्रूट एंड वेजिटेबल नो क्या बोल दे? मतलब फ्रूट ते वेजिटेबल की कल्टीवेशन नो क्या बोल दे? पहली ऑप्शन फ्लोरिकल्चर, सीरीकल्चर, हॉर्टिकल्चर ते एग्रीकल्चर। इसका आंसर है दैट इज हॉर्टिकल्चर, सी ऑप्शन। चेक भी कर लिए, ठीक है। फ्लोरिकल्चर फ्लावर नाल एसोसिएटेड, सीरी सिल्क वॉर्म नाल जिहड़े पिछे कर चुके, हॉर्टिकल्चर फ्रूट एंड वेजिटेबल, एग्रीकल्चर तो कॉमन ही है बिल्कुल, ये सब नो पता ही है। अगला, विच ऑफ द फॉलोइंग टाइप्स ऑफ इकोनॉमिक एक्टिविटी इज एग्रीकल्चर। मतलब किस केड़ी ये एक्टिविटी है एग्रीकल्चर किस टाइप की इकोनॉमिक एक्टिविटी दे विच आंदा हैगा? पहला प्राइमरी एक्टिविटी दे विच, सैकेंडरी एक्टिविटी दे विच, टर्शरी एक्टिविटी दे विच या ऑल ऑफ द अबव। इसदा आंसर है प्राइमरी एक्टिविटी। तो याद रखियो प्राइमरी एक्टिविटी वो एक्टिविटी होंदी जिहड़े नेचर ते नैचुरल रिसोर्सिस नाल एसोसिएटेड है, तो एग्रीकल्चर भी नेचर ते नैचुरल रिसोर्सिस नाल ही एसोसिएटेड है। तो इस करके जिहड़ा आंसर होना चाहिए इसदा ए ऑप्शन होना चाहिए, दैट इज प्राइमरी एक्टिविटी। ते चेक भी कर लेंदे आ, दैट इज आंसर ए। उस तो बाद स्लैश एंड बर्न एग्रीकल्चर क्या है? स्लैश एंड बर्न एग्रीकल्चर पहली ऑप्शन शिफ्टिंग, दूजी इंटेंसिव, तीजी कॉमर्शियल ते चौथी नन ऑफ दीज। इसदा आंसर है दैट इज शिफ्टिंग एग्रीकल्चर नूं असीं क्या बोल देंगे? स्लैश एंड बर्न एग्रीकल्चर। ते इस पर्टिकुलर एग्रीकल्चर दे विच एक जिहड़ा पैच हुंदा उहनूं असीं क्लीयर कर दे, ठीक है। उहनूं उत्थे तुसीं ये समझ लो भी क्या करोगे, आग लगाओगे, उस पैच नूं क्लीयर कीता, उस तो बाद उत्थे कल्टीवेशन करांगे। इदां ही जदों उत्थे सॉइल दी फर्टिलिटी घट जानी, उस पैच नूं बाद च कवर कर देना या उस पैच नूं छड्ड देना ताकि सॉइल दोबारा तो रिस्टोर कर सके अपनी फर्टिलिटी, अगले पैच दे विच चले जांदे। इस करके नूं बोलदे स्लैश एंड बर्न
एग्रीकल्चर। ਤੇ 12ਵੇਂ ਦਾ ਆਨਸਰ ਚੈੱਕ ਕਰ ਲਈਏ, ਦੈਟ ਇਜ਼ ਆਨਸਰ ਏ। अगला फुल फॉर्म ऑफ केसीसी की पूछी हुई है कि केसीसी फुल फॉर्म क्या है? किसान क्रेडिटेड कार्ड, किसान क्रेडिट कार्डिंग, किसान क्रेडिटिंग कार्ड या किसान क्रेडिट कार्ड। तो आंसर है दैट इज डी ऑप्शन, किसान क्रेडिट कार्ड। अगला कि एलुवियल सॉइल दे विच क्या किस किस नाल बनी हुई है या क्या क्या उहदे विच चीज़ां आंदियां है? सैंड, सिल्ट, क्ले या ऑल ऑफ दी अबव। तो इन्हां दे विच 1 2 3 तीनों ही चीज़ां आंदियां हैं। तो चौथी ऑप्शन क्या है? ऑल ऑफ दी अबव। तो चैक कर लेंगे ਇਹਦਾ आंसर, दैट इज आंसर डी। उस तो बाद है लेटराइट सॉइल। लेटराइट सॉइल वेरी यूजफुल है किस वास्ते? क्या पर्टिकुलरली लेटराइट सॉइल दे विच ग्रो होंदा है? पहली ऑप्शन राइस, व्हीट एंड मस्टर्ड। दूजी ऑप्शन टी, कॉफी ते कैशू नट। सी ऑप्शन पल्सिस, शुगर केन एंड रेसिन। और चौथी ऑप्शन नन ऑफ दी अबव। तो ਇਹਦਾ आंसर है दैट इज टी, कॉफी एंड कैशू नट। एक चीज़ याद रखियो, तो ਜਿਹੜਾ कॉफी कैशू नट वगैरह है पर्टिकुलरली इस लेटराइट सॉइल ਦੇ ਵਿੱਚ ਤੁਹਾਨੂੰ बहुत अच्छा ग्रो करने को मिलता है। तो अकॉर्डिंग टू ऑप्शन दैट इज दी बी ऑप्शन। चेक कर लेंगे दा आंसर, दैट इज आंसर बी। अगले क्वेश्चन ते वट इज द अरेंजमेंट ऑफ सॉइल इन डिफरेंट लेयर और होराइजन नोन एज। वो पूछ रहा भी सॉइल का अरेंजमेंट जो डिफरेंट लेयर्स के होंदा या होराइजन के होंदा उन्होंने असीं क्या बोलते? सॉइल कंपोजिशन, सॉइल इरोजन, सॉइल प्रोफाइल या सॉइल टैक्सचर। तो आओ इसका आंसर देख लेंगे हैं, दैट इज नोन एज दी सॉइल प्रोफाइल। तो चेक भी कर लेंगे हैं, सॉरी इसका आंसर दैट इज दी सॉइल टैक्सचर इसका आंसर है। याद रखिए इनू क्या बोलते? दैट इज दी सॉइल टैक्सचर। तो इस तो बाद है दैट इज 17th क्वेश्चन रेड सॉइल। रेड सॉइल की मैं जो गल करा तो रेड सॉइल कित्थे तुहानू देखने को मिलूगी? पर्टिकुलरली जे मैं रेड सॉइल की गल करा तो रेड सॉइल तुहानू कित्थे देखने को मिलती है? पहली ऑप्शन पार्ट्स ऑफ J&K, ते उस तो बाद अपर गंगा प्लेन्स। तीजी ऑप्शन है दैट इज ईस्टर्न एंड सदर्न पार्ट ऑफ डेक्कन प्लेट्यू। तो डी ऑप्शन दैट इज नन ऑफ दी अबव। तो पर्टिकुलरली इस चीज़ को असी क्या बोलते हैं? दैट इज रेड सॉइल जिथे तुहानू देखने को मिल रही है, ये तुहानू देखने को मिलती है कित्थे? ईस्टर्न एंड दी सदर्न पार्ट ऑफ डेक्कन प्लेट्यू। चेक कर लो इसका आंसर, दैट इज आंसर सी। उस तो बाद 18वां क्वेश्चन ब्लैक सॉइल नो असी क्या बोलते हैं? ब्लैक सॉइल नो असी बोलते हैं बांगर, खद्दर, रेगुर ते ह्यूमस। इस पर्टिकुलर सॉइल नो असी क्या बोलते थे? ब्लैक सॉइल नो दैट इज दी रेगुर सॉइल। इस तो अलावा इसका होर नाम दैट इज दी इस पर्टिकुलर टाइप की सॉइल होर असी क्या बोल देंगे? सैल्फ फ्लोइंग सॉइल। सैल्फ फ्लोइंग सॉइल का मतलब क्या होता है? जिहड़ी सैल्फ फ्लोइंग सॉइल होंदी है, सैल्फ फ्लोइंग सॉइल दे विच तुहानू क्या चीज़ देखने को मिलती है? सैल्फ फ्लोइंग का मतलब है जिहड़ी अपने आप ही उहदे विच तुहानू हल चलाने की लोड़ नहीं। सैल्फ अपने आप ही उहदे विच क्रैक्स डेवलप हो जाने, तो सीड जब तुसीं उहदे विच पाओगे तो सीड वो क्या हो जाता? ग्रो हो जाता है। दैट्स वाई इस पर्टिकुलर जिहड़ी तुहाडी सॉइल है इनू असीं क्या बोल देंगे? ब्लैक सॉइल या फिर सैल्फ फ्लोइंग सॉइल बोल देंगे हैं। तो इस ते बाद जिहड़ा तुहानू अगला क्वेश्चन है दैट इज जिहड़ा अगला क्वेश्चन है कंसीडर द फॉलोइंग स्टेटमेंट्स। रेड सॉइल डेवलप्स ऑन क्रिस्टलाइन इग्नियस रॉक्स इन द एरियाज ऑफ लो रेनफॉल इन द ईस्टर्न एंड द सदर्न पार्ट ऑफ डेक्कन प्लेट्यू। पहली स्टेटमेंट है वो ये बोल रहे हैं भी जी रेड सॉइल है वो कित्थे डेवलप होंदी है? क्रिस्टलाइन इग्नियस रॉक से किहड़े एरिया दे विच जिथे लो रेनफॉल है ईस्टर्न ते सदर्न पार्ट ऑफ डेक्कन प्लेट्यू दे विच। दूजी वो बोल रहे हैं भी जी रेड सॉइल डेवलप हो रही है उसका रेडिश कलर जोड़ा हैगा वो क्यों है? ड्यू टू दी वाइड डिफ्यूजन हो रहा, मतलब उत्थे आयरन का जोड़ा बहुत ज़्यादा डिफ्यूजन हो रहा क्रिस्टलाइन फॉर्म दे विच ते मैटामॉर्फिक रॉक दे विच। दूजी ऑप्शन दूजी स्टेटमेंट ये है कि इस तो बाद वो बोल रहे हैं भी किहड़ी स्टेटमेंट जड़ियाँ दो स्टेटमेंटां दित्तियां होईयां इन्हां विचों किहड़ी करैक्ट है? पहली है 1 ओनली, दूजी 2 ओनली, तीजी बोथ 1 एंड 2, तो चौथी है नाइदर 1 नॉर 2। तो चेक करो इसका आंसर क्या है? इसका आंसर दैट इज बोथ 1 एंड 2 होना चाहिए। आओ एक बार देख भी लीए, दैट इज क्या इसका आंसर है? इसका आंसर है बोथ 1 एंड 2, क्योंकि सीधे स्टेट पे इफेक्ट ही है रेड सॉइल के नाल एसोसिएटेड, तो पता होना चाहिए। उस तो बाद है विच सॉइल इज नोन एज दी सैल्फ फ्लोइंग सॉइल।
पहली रेड सॉइल, दूजी ब्लैक सॉइल, तीजी है एलूवियल सॉइल, चौथी है ਲੈਟਰਾਈਟ ਸੋਇਲ। ਤੇ ਸੈਲਫ ਫਲੋਇੰਗ ਸੋਇਲ ਅਸੀਂ ਜਿੱਦਾਂ ਅਸੀਂ ਮੈਂ ਆਲਰੇਡੀ ਡਿਸਕਸ ਕਰ ਚੁੱਕਿਆ ਵਾ, ਦੈਟ ਇਜ਼ ਦੀ ਬਲੈਕ ਸੋਇਲ। ਤੇ ਇਹਦਾ ਆਨਸਰ ਦੇਖ ਲੈਂਦੇ ਆ, ਦੈਟ ਇਜ਼ ਦੀ ਆਨਸਰ ਬੀ। ਤੇ ਇਹ ਜਿਹੜੇ ਸੀ ਅੱਜ ਦੇ ਕੁਐਸਚਨ ਜਿਹੜੇ ਅਸੀਂ ਅੱਜ ਹੁਣ ਡਿਸਕਸ ਕੀਤੇ ਆ, ਕਲੀਅਰ ਹੈ। ਇਹ ਜਿਹੜੇ ਕੁਐਸਚਨਸ ਹੈਗੇ ਤੁਹਾਨੂੰ ਅੱਜ ਦੇ ਜਿਹੜਾ ਸ਼ਾਰਟ ਵੀਡੀਓ ਹੈ ਇਹਦੇ ਵਿੱਚ ਅਸੀਂ ਕੀ ਕਰ ਰਹੇ, ਜਿਹੜਾ ਇਹ ਸ਼ਾਰਟ ਵੀਡੀਓ ਹੈ ਅਸੀਂ ਇਹਦੇ ਵਿੱਚ ਬੇਸਿਕਲੀ ਅੱਜ ਪਾਰਟਿਕੂਲਰ ਟੌਪਿਕ ਦੇ ਇਹ ਕੁਐਸਚਨਸ ਡਿਸਕਸ ਕਰਨੇ ਹੈ। ਇਹਦੇ ਵਿੱਚ ਜਿਹੜਾ ਅੱਜ ਦੀ ਵੀਡੀਓ ਦਾ ਮਕਸਦ ਹੈ, ਅੱਜ ਦੀ ਵੀਡੀਓ ਦਾ ਮਕਸਦ ਇਹ ਹੈ ਵੀ ਜਿਹੜੇ ਇਸ ਟੌਪਿਕ ਨੂੰ ਸ਼ਾਰਟ ਦੇ ਵਿੱਚ ਫਟਾਫਟ ਮੈਕਸਿਮਮ ਕੁਐਸਚਨਸ ਤੁਸੀਂ ਜਿਹੜੇ ਵੀ ਅੱਜ ਦੇ ਜਿਹੜੇ 20 ਕੁਐਸਚਨਸ ਹੈ ਇਹਨਾਂ ਨੂੰ ਡਿਸਕਸ ਕਰ ਲਓ, ਤਾਂ ਕਿ ਇਸ ਤੋਂ ਬਾਅਦ ਜਿਹੜਾ ਅਗਲਾ ਟੌਪਿਕ ਹੋਣਾ ਉਹਦੇ ਵਿੱਚ ਅਸੀਂ ਪ੍ਰੋਪਰਲੀ ਕੁਐਸਚਨਸ ਜਿਹੜੇ ਰਿਮੇਨਿੰਗ ਰਹਿ ਗਏ ਉਹ ਕਰੂੰਗੇ, ਤੇ ਉਹਦੇ ਬਾਅਦ ਜਿਹੜਾ ਕਨਸੈਪਟ ਹੈ ਉਹਨੂੰ ਡਿਸਕਸ ਕਰਾਂਗੇ, ਤਾਂ ਕਿ ਇਸ ਪਾਰਟਿਕੂਲਰ ਟੌਪਿਕ ਦੇ ਵਿੱਚ ਕਨਸੈਪਚੁਅਲ ਕਲੈਰਿਟੀ ਮਿਲ ਜਾਏ। ਕਿਉਂਕਿ ਇਹ ਜਿਹੜਾ ਟੌਪਿਕ ਹੈਗਾ ਇਹਦੇ ਵਿੱਚ, ਕਿਉਂਕਿ ਇਹਨੂੰ ਦੋ ਪਾਰਟਸ ਇਸ ਕਰਕੇ ਸ਼ਾਰਟ ਵੀਡੀਓ ਦੇ ਵਿੱਚ ਜਾਂ ਨੈਕਸਟ ਅਗਲੇ ਜਿਹੜੇ ਪਾਰਟਸ ਹੈ ਉਹਦੇ ਵਿੱਚ ਥੋੜਾ ਕਨਸੈਪਟ ਵਾਲਾ ਪਾਰਟ ਅਸੀਂ ਜ਼ਿਆਦਾ ਰੱਖਾਂਗੇ, ਤਾਂ ਕਿ ਫਟਾਫਟ ਜਿਹੜੇ ਕੁਐਸਚਨਸ ਹੈ ਉਹ ਡਿਸਕਸ ਕਰ ਸਕਣ। ਕਿਉਂਕਿ ਇਸ ਟੌਪਿਕ ਦਾ ਇੱਕ ਪਾਰਟਿਕੂਲਰ ਹਿਸਾਬ ਨਾਲ ਹੀ ਡਿਸਕਸ ਹੋਣਾ ਹੈ, ਇਹ ਨਹੀਂ ਵੀ ਇਹਨੂੰ ਅੱਜ ਅੱਧਾ ਕਰਾ ਦਿਓ, ਅੱਜ ਉਸ ਤੋਂ ਅੱਗੇ ਕਰਾ ਦਿਓ। ਇਸ ਲਈ ਕਰਕੇ ਹੀ ਅੱਜ ਜਿਹੜੀ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਸ਼ਾਰਟ ਦੇ ਵਿੱਚ ਤੁਸੀਂ ਅੱਜ ਫਟਾਫਟ ਦੇਖ ਲਓ, ਤਾਂ ਕਿ ਜਿਹੜਾ ਆਉਣ ਵਾਲਾ ਅਗਲਾ ਲੈਕਚਰ ਹੋਏਗਾ ਉਹਦੇ ਵਿੱਚ ਅਸੀਂ ਡਿਟੇਲ ਕਨਸੈਪਟ ਦੇ ਵਿੱਚ ਇਸ ਪਾਰਟਿਕੂਲਰ ਟੌਪਿਕ ਨੂੰ ਸਮਝਾਂਗੇ। ਤੇ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੁੰਦਾ ਅੱਜ ਦਾ ਬਿਲਕੁਲ ਇੱਥੇ ਆ ਕੇ ਸਮਾਪਤ। ਤੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਇਸ ਕੁਐਸਚਨ ਦੇ ਵਿੱਚ ਤੁਸੀਂ ਇੱਕ ਵਾਰ, ਕਿਉਂਕਿ ਮੈਨੂੰ ਇਸ ਕੁਐਸਚਨ ਦੇ ਵਿੱਚ ਥੋੜਾ ਜਿਹਾ ਡਾਊਟ ਲੱਗ ਰਿਹਾ, that is the arrangement of soil in different layers. I think ਇਹਨੂੰ soil profile ਬੋਲਦੇ हैं। wait let me check, ਤਾਂ ਕਿ ਮੈਂ ਇਸ particular concept ਨੂੰ ਚੈੱਕ ਵੀ ਕਰ ਲਵਾਂ ਤੇ ਇਹਦੇ ਆਨਸਰ ਨੂੰ ਦੇਖ ਵੀ ਲਵਾਂ, that is the ਕਿ ਇਹਦਾ ਆਨਸਰ ਕੀ ਹੋਣਾ ਹੈ, ਤਾਂ ਕਿ ਤੁਹਾਨੂੰ ਐਗਜ਼ੈਕਟ ਮਿਲ ਸਕੇ। soil structure ਬੋਲਦੇ ਆ ਜਾਂ soil ਪ੍ਰੋਫਾਈਲ ਬੋਲਦੇ ਆ, ਬੇਸਿਕਲੀ ਜਿਹੜੀ ਅਰੇਂਜਮੈਂਟ ਹੁੰਦੀ ਹੈ, ਜਿਹੜਾ ਮੈਂ ਪਹਿਲੇ ਟਿਕ ਕੀਤਾ ਸੀ ਯਾਦ ਰੱਖਿਓ, ਇਟਸ ਆਨਸਰ ਇਜ਼ ਸੋਇਲ ਪ੍ਰੋਫਾਈਲ। ਇਹ ਆਨਸਰ ਇਟਸ ਆਪਸ਼ਨ ਇਜ਼ ਸੀ, ਬਿਕੋਜ਼ ਮੈਨੂੰ ਥੋੜਾ ਇੱਥੇ ਡਾਊਟ ਲੱਗ ਰਿਹਾ ਹੈ, ਠੀਕ ਹੈ। ਇਸ ਦਾ ਆਨਸਰ ਜਿਹੜਾ ਹੈ ਸੋਇਲ ਪ੍ਰੋਫਾਈਲ ਡਾਇਗਰਾਮ ਬੋਲਦੇ ਆ ਉਹਨੂੰ, ਜਿੱਥੇ ਸੋਇਲ ਦੇ ਡਿਫਰੈਂਟ ਲੇਅਰਸ, ਹੋਰਾਈਜ਼ਨ ਓ, ਇਦਾਂ ਹੋਰਾਈਜ਼ਨ ਓ ਸਭ ਤੋਂ ਉੱਪਰ, ਫਿਰ ਦੈਨ ਏ, ਦੈਨ ਬੀ, ਦੈਨ ਸੀ, ਇਸ ਕਰਕੇ ਉਹਦੇ ਇਸ ਨੂੰ ਪਾਰਟਿਕੂਲਰਲੀ ਅਸੀਂ ਸੋਇਲ ਪ੍ਰੋਫਾਈਲ ਬੋਲਦੇ ਹਾਂ, ਜਿਹੜਾ ਮੈਂ ਆਲਰੇਡੀ ਪਹਿਲੇ ਟਿਕ ਕੀਤਾ ਸੀ। ਪੀਪੀਟੀ ਦੇ ਵਿੱਚ ਇਹਦਾ ਆਨਸਰ ਹੋ ਸਕਦਾ ਹੈ ਵੀ ਇਹ ਗਲਤ ਆ ਗਿਆ ਹੋ, ਤੇ ਇਹਦਾ ਆਨਸਰ ਮਾਰਕ ਕਰ ਲਿਓ, ਇਟਸ ਸੋਇਲ ਪ੍ਰੋਫਾਈਲ। ਸੋਇਲ ਟੈਕਸਚਰ ਇਹਦਾ ਆਨਸਰ ਨਹੀਂ ਹੈ, ਇਟਸ ਸੋਇਲ ਪ੍ਰੋਫਾਈਲ। ਇਸ ਕੁਐਸਚਨ ਨੂੰ ਇੱਕ ਵਾਰ ਫਿਰ ਤੋਂ ਤੁਸੀਂ ਚੈੱਕ ਕਰ ਲਿਓ, ਠੀਕ ਹੈ। ਤੇ ਇਸ ਤੋਂ ਬਾਅਦ ਹੁਣ ਮਿਲਦੇ ਹਾਂ ਅਸੀਂ ਅਗਲੀ ਜਿਹੜੀ ਵੀਡੀਓ ਹੈ ਉਹਦੇ ਵਿੱਚ, ਠੀਕ ਹੈ। ਤੇ ਤਦ ਤੱਕ ਤੁਸੀਂ ਇਹਨਾਂ ਕੁਐਸਚਨਸ ਨੂੰ ਪ੍ਰੈਕਟਿਸ ਕਰੋ ਤੇ ਕਮੈਂਟ ਵਿੱਚ ਆਪਣੇ ਆਨਸਰ ਟਾਈਪ ਕਰੋ, ਤੇ ਇਸ ਤੋਂ ਬਾਅਦ ਅਸੀਂ ਹੋਰ ਕੁਐਸਚਨ ਨਾਲ, ਹੋਰ ਬੈਟਰ ਸੋਲੂਸ਼ਨ ਨਾਲ, ਬੈਟਰ ਐਕਸਪਲੇਨੇਸ਼ਨ ਨਾਲ, ਤੇ ਇਸ ਤੋਂ ਹੋਰ ਤੁਸੀਂ ਇਹ ਬੋਲ ਲਓ ਵੀ ਜਿੱਦਾਂ ਅਗਲਾ ਜਿਹੜਾ ਵੀਡੀਓ ਹੋਣੀ ਹੈ ਉਹਦੇ ਵਿੱਚ ਅਸੀਂ ਇਸ ਪਾਰਟਿਕੂਲਰ ਟੌਪਿਕ ਨੂੰ ਹੋਲਿਸਟਿਕਲੀ ਕਵਰ ਕਰਾਂਗੇ। ਤਦ ਤੱਕ ਤੁਸੀਂ ਆਪਣਾ ਵੀ ਧਿਆਨ ਰੱਖੋ ਤੇ ਨਾਲੇ ਕੁਐਸਚਨਸ ਨੂੰ ਵੀ ਪ੍ਰੈਕਟਿਸ ਕਰਦੇ ਰਹੋ, ਠੀਕ ਹੈ। ਤੇ ਹੁਣ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਬਾਏ, ਟੇਕ ਕੇਅਰ ਐਂਡ ਥੈਂਕ ਯੂ ਵੈਰੀ ਮਚ।